ਹੈਲੋ ਫਰੈਂਡਸ, ਅੱਜ ਆਪਾਂ ਵਾਕ ਬਣਤਰ ਵਾਕ ਦੇ ਤੱਤ ਕਿਹੜੇ ਹੁੰਦੇ ਆ ਉਹਨਾਂ ਬਾਰੇ ਆਪਾਂ ਜਾਣਕਾਰੀ ਪ੍ਰਾਪਤ ਕਰਾਂਗੇ। ਸੋ ਸ਼ੁਰੂ ਕਰਦੇ ਹਾਂ ਜੀ। ਜਿਹੜਾ ਵਾਕ ਆ ਉਹ ਕਾਰਜ ਦੇ ਪੱਖ ਤੋਂ ਵਾਕ ਵਿੱਚ ਕੁਝ ਨਿਰਧਾਰਤ ਸਥਾਨ ਹੁੰਦੇ ਹਨ ਜਿਨ੍ਹਾਂ ਨੂੰ ਵਿਭਿੰਨ ਪ੍ਰਕਾਰ ਦੇ ਤੱਤ ਪੂਰਦੇ ਹਨ। ਪੰਜਾਬੀ ਭਾਸ਼ਾ ਦੇ ਸਧਾਰਨ ਵਾਕਾਂ ਵਿੱਚ ਕਰਤਾ ਕਰਮ ਪੂਰਕ ਮੀਨਸ ਜਿਹੜਾ ਕਿਸੇ ਸਾਨੂੰ ਪ੍ਰਸੰਗ ਦੀ ਦੱਸ ਰਿਹਾ, ਉਹ ਸਾਨੂੰ ਕਿਸੇ ਪ੍ਰਸੰਗ ਦੀ ਪੂਰਨਤਾ ਬਾਰੇ ਦੱਸ ਰਿਹਾ ਵੀ ਕੀ ਕੰਮ ਸਾਨੂੰ ਪਤਾ ਲੱਗ ਰਿਹਾ, ਇਹਦੇ ਨਾਲ ਵੱਧ ਪਤਾ ਲੱਗਦਾ ਹੁੰਦਾ, ਸਾਨੂੰ ਕਿਸੇ ਪ੍ਰਸੰਗ ਨੂੰ ਸਮਝਾਉਂਦਾ ਹੁੰਦਾ ਸਾਨੂੰ। ਇਹ ਕਿਰਿਆ ਅਤੇ ਕਿਰਿਆ ਵਿਸ਼ੇਸ਼ਣ ਆਦਿ ਵਾਕ ਦੇ ਤੱਤ ਹਨ। ਇਹਨਾਂ ਨੂੰ ਕਾਰਜੀ ਇਕਾਈਆਂ ਵੀ ਕਿਹਾ ਜਾਂਦਾ ਹੈ। ਜੇ ਪੁੱਛ ਲਿਆ ਜਾਵੇ ਵੀ ਵਾਕ ਵੀ ਕਾਰਜੀ ਇਕਾਈਆਂ ਕਿਹੜੀਆਂ ਹੁੰਦੀਆਂ ਹਨ, ਜੇ ਪੁੱਛ ਲਿਆ ਜਾਵੇ ਕਾਰਜੀ ਇਕਾਈਆਂ ਕਿਹੜੀਆਂ ਹੁੰਦੀਆਂ ਹਨ ਤਾਂ ਕਰਤਾ ਕਰਮ ਪੂਰਕ ਕਿਰਿਆ ਅਤੇ ਕਿਰਿਆ ਵਿਸ਼ੇਸ਼ਣ ਇਹ ਜਿਹੜੀਆਂ ਹੈਗੀਆਂ ਨੇ ਇਹ ਕੀ ਨੇ, 6 ਕਾਰਜੀ ਇਕਾਈਆਂ ਹਨ, ਵਾਕ ਦੀਆਂ ਕਾਰਜੀ ਇਕਾਈਆਂ ਹਨ। ਸੋ ਅੱਗੇ ਆ ਜੀ, ਜਿਵੇਂ ਫੋਰ ਐਗਜ਼ਾਮਪਲ ਸੁਖਜੀਤ ਕੌਰ ਕਮਰੇ ਵਿੱਚ ਜਨਮ ਸਾਖੀ ਪੜ੍ਹ ਰਹੀ ਸੀ। ਇਸ ਦੇ ਵਿੱਚ ਸੁਖਜੀਤ ਕੌਰ ਕੀ ਆ, ਕਰਤਾ, ਕਮਰੇ ਵਿੱਚ ਵਿਸ਼ੇਸ਼ਤਾ ਕਾਹਦੇ ਵਿੱਚ ਆ, ਕਾਹਦੇ ਵਿੱਚ ਪੜ੍ਹ ਰਹੀ ਹੈ, ਬੈਠੀ ਜਨਮ ਸਾਖੀ ਪੜ੍ਹ ਰਹੀ ਹੈ, ਕਿਰਿਆ ਕਰ ਰਹੀ ਹੈ। ਕੀ ਕਿਰਿਆ ਦੀ ਵਿਸ਼ੇਸ਼ਤਾ ਹੈ ਵੀ ਕਮਰੇ ਵਿੱਚ ਬੈਠੀ, ਜਨਮ ਸਾਖੀ ਕੀ ਆ, ਉਹ ਕਰਮ ਕਰ ਰਹੀ ਹੈ, ਪੜ੍ਹ ਰਹੀ ਸੀ ਦਾ ਮਤਲਬ ਇਹ ਪਾਸਟ ਆ, ਪੜ੍ਹ ਰਹੀ ਸੀ, ਇਹ ਬਣ ਗਈ ਕਿਰਿਆ। ਦੂਜਾ ਹੈਗਾ ਪਿੰਡ ਦੇ ਲੋਕਾਂ ਨੇ ਮਲਕੀਤ ਸਿੰਘ ਨੂੰ ਸਰਪੰਚ ਬਣਾ ਦਿੱਤਾ। ਇਸ ਦੇ ਵਿੱਚ ਪਿੰਡ ਦੇ ਲੋਕਾਂ ਨੇ ਕੀ ਹੈ ਜੀ, ਕਰਤਾ, ਮਲਕੀਤ ਸਿੰਘ ਨੂੰ ਕਰਮ ਹੋ ਰਿਹਾ ਮਲਕੀਤ ਸਿੰਘ ਦੁਆਰਾ, ਸਰਪੰਚ ਮਤਲਬ ਪੂਰਕ ਸਰਪੰਚ ਬਣਾ ਦਿੱਤਾ, ਕਿਰਿਆ। ਪੂਰਕ ਇੱਥੇ ਕਿਉਂ ਕਿਹਾ ਗਿਆ, ਸਰਪੰਚ ਨੂੰ ਪੂਰਕ ਕਿਉਂ ਕਿਹਾ ਗਿਆ? ਦੇਖੋ ਜੇ ਆਪਾਂ ਇੱਦਾਂ ਬੋਲੀਏ ਇਹਨੂੰ ਵੀ ਪਿੰਡ ਦੇ ਲੋਕਾਂ ਨੇ ਮਲਕੀਤ ਸਿੰਘ ਨੂੰ ਬਣਾ ਦਿੱਤਾ ਤਾਂ ਸਾਨੂੰ ਇਸ ਵਾਕ ਦੀ ਸਮਝ ਨਹੀਂ ਆਉਂਦੀ ਵੀ ਮਲਕੀਤ ਸਿੰਘ ਨੂੰ ਕੀ ਬਣਾ ਦਿੱਤਾ, ਸਾਨੂੰ ਸਮਝ ਨਹੀਂ ਆ ਰਿਹਾ ਕਨਸੈਪਟ ਕੀ ਹੈ, ਕੀ ਪ੍ਰਸੰਗ ਚੱਲ ਰਿਹਾ, ਸਾਨੂੰ ਸਮਝ ਨਹੀਂ ਆ ਰਿਹਾ। ਇਸ ਕਰਕੇ ਸਰਪੰਚ ਬਣਾ ਦਿੱਤਾ ਸਾਨੂੰ ਪਤਾ ਲੱਗ ਰਿਹਾ ਪੂਰਕ ਹੈ, ਵਾਕ ਨੂੰ ਪੂਰਦਾ, ਪੂਰਾ ਕਰਦਾ। ਨੈਕਸਟ ਹੈਗਾ ਜੀ ਜਪਜੀ ਖਹਿਰਾ ਨੂੰ ਮਿਸ ਪੰਜਾਬ ਬਣਾਇਆ ਗਿਆ। ਇਸ ਦੇ ਵਿੱਚ ਵੀ ਮਿਸ ਪੰਜਾਬ ਕੀ ਆ, ਪੂਰਕ ਆ। ਮਤਲਬ ਜੇ ਆਪਾਂ ਬੋਲੀਏ ਜਪਜੀ ਖਹਿਰਾ ਨੂੰ, ਜੇ ਆਪਾਂ ਇਹ ਕੱਟ ਦਈਏ, ਜੇ ਆਪਾਂ ਇਸ ਨੂੰ ਕੱਟੀਏ ਵਾਕ ਅਪੂਰਨ ਹੋ ਜਾਂਦਾ। ਜਿੱਦਾਂ ਜਪਜੀ ਖਹਿਰਾ ਨੂੰ ਬਣਾਇਆ ਗਿਆ, ਇਹਦੇ ਮਤਲਬ ਵਿੱਚ ਸਾਨੂੰ ਸਮਝ ਨਹੀਂ ਆ ਰਹੀ ਵੀ ਜਪਜੀ ਖਹਿਰਾ ਨੂੰ ਕੀ ਬਣਾਇਆ ਗਿਆ, ਤਾਂ ਇੱਥੇ ਪੂਰਕ ਕੀ ਹੈ ਵੀ ਮਿਸ ਪੰਜਾਬ ਬਣਾਇਆ ਗਿਆ। ਨੈਕਸਟ ਹੈਗਾ ਪਿੰਡ ਦੀ ਪੰਚਾਇਤ ਨੇ ਹੜ੍ਹ ਪੀੜਤਾਂ ਨੂੰ ਬਹੁਤ ਸਾਰੇ ਕੱਪੜੇ ਦਿੱਤੇ। ਇਹ ਆਪਾਂ ਵਾਕ ਦੀ ਬਣਤਰ ਮਤਲਬ ਵਾਕ ਦੇ ਵਿੱਚ ਕਿਹੜੇ ਤੱਤ ਜ਼ਰੂਰੀ ਨੇ ਉਹ ਆਪਾਂ ਪੜ੍ਹ ਰਹੇ ਹਾਂ। ਹਰ ਇੱਕ ਵਾਕ ਦੇ ਵਿੱਚ ਹਰ ਸਟਰਕਚਰ ਅਲੱਗ ਹੈਗਾ। ਦੇਖੋ ਜੀ ਇਸ ਦੇ ਵਿੱਚ ਪਿੰਡ ਦੀ ਪੰਚਾਇਤ ਇਹ ਕੀ ਨੇ, ਇਹ ਕਰਤਾ ਨੇ ਸਾਰੇ। ਹੜ੍ਹ ਪੀੜਤਾਂ ਨੂੰ, ਹੜ੍ਹ ਪੀੜਤ ਕੀ ਨੇ, ਹੈਗੇ ਤਾਂ ਕਰਮ ਆ ਪਰ ਪ੍ਰਧਾਨ ਕਰਮ ਨਹੀਂ ਹੈਗਾ। ਬਹੁਤ ਸਾਰੇ ਕੱਪੜੇ ਦਿੱਤੇ, ਇਹ ਪ੍ਰਧਾਨ ਕਰਮ ਦਿੱਤੇ ਕਿਰਿਆ ਆ ਜਾਂਦੀ ਹੈ। ਜਿਹੜਾ ਅਪ੍ਰਧਾਨ ਕਰਮ ਹੁੰਦਾ ਇਹ ਪ੍ਰਧਾਨ ਕਰਮ ਤੋਂ ਪਹਿਲਾਂ ਹੀ ਆਉਂਦਾ ਅਤੇ ਪ੍ਰਧਾਨ ਕਰਮ ਹਮੇਸ਼ਾ ਕਿਰਿਆ ਤੋਂ ਪਹਿਲਾਂ ਆਉਂਦਾ। ਇਸ ਤੋਂ ਬਾਅਦ ਦੇਖੋ ਉਪਰੋਕਤ ਵਾਕਾਂ ਵਿੱਚ ਵਾਕ ਤੱਤਾਂ ਦੀ ਵਰਤੋਂ ਅਤੇ ਤਰਤੀਬ ਤੋਂ ਪਤਾ ਲੱਗਦਾ ਹੈ ਕਿ ਬੁਨਿਆਦੀ ਵਾਕ ਬਣਤਰਾਂ ਵਿੱਚ ਕਰਤਾ ਅਤੇ ਕਿਰਿਆ ਮੁੱਖ ਤੱਤ ਹਨ। ਕੀ ਪਤਾ ਲੱਗਦਾ ਸਾਨੂੰ ਇਹਦੇ ਵਿੱਚ, ਕਰਤਾ ਅਤੇ ਕਿਰਿਆ ਕੀ ਨੇ ਜੀ, ਮੁੱਖ ਤੱਤ ਨੇ ਕਿਸੇ ਵਾਕ ਦੇ। ਨੈਕਸਟ ਹੈਗਾ ਆਮ ਤੌਰ 'ਤੇ ਪ੍ਰਧਾਨ ਕਰਮ ਨਾਮ ਵਿੱਚ ਵਿਚਰਦੀ ਕਿਰਿਆ ਵਾਕਾਂਸ਼ ਤੋਂ ਪਹਿਲਾਂ ਆਉਂਦਾ ਹੈ। ਤੁਹਾਨੂੰ ਪਹਿਲਾਂ ਜਿੱਦਾਂ ਪਤਾ ਜਾਂਦਾ ਜਿਹੜਾ ਪ੍ਰਧਾਨ ਕਰਮ ਹੁੰਦਾ ਇਹ ਵਾਕ ਵਿੱਚ ਕਿਰਿਆ ਵਾਕਾਂਸ਼ ਤੋਂ ਪਹਿਲਾਂ ਆਉਂਦਾ ਹੈ। ਇੱਕ ਪੂਰਨ ਕਿਰਿਆਵੀ ਵਾਕ ਵਿੱਚ ਪ੍ਰਧਾਨ ਕਰਮ ਸਦਾ ਸੰਬੰਧਕ ਰਹਿਤ ਹੁੰਦਾ। ਇੱਕ ਹੋਰ ਗੱਲ ਸਾਨੂੰ ਪਤਾ ਲੱਗੀ ਕਿ ਪ੍ਰਧਾਨ ਕਰਮ ਨੂੰ ਸੰਬੰਧਕ ਲੱਗਿਆ ਹੁੰਦਾ ਜਾਂ ਸੰਬੰਧਕ ਰਹਿਤ ਹੁੰਦਾ ਤਾਂ ਇਹ
ਸੰਬੰਧਕ ਰਹਿਤ ਹੁੰਦਾ ਅਤੇ ਕਿਰਿਆ ਦਾ ਵਚਨ, ਲਿੰਗ ਅਤੇ ਪੁਰਖ ਪੱਖੋਂ ਮੇਲ ਇਸੇ ਨਾ ਵਾਕੰਸ਼ ਨਾਲ ਹੁੰਦਾ ਹੈ। ਮਤਲਬ ਜੇ ਤਾਂ ਇੱਥੇ ਸੰਬੰਧਕ ਨਾਲ ਲੱਗਿਆ ਹੁੰਦਾ ਤਾਂ ਕੀ ਹੋਣਾ ਸੀ, ਸਾਡੀ ਕਿਰਿਆ ਦਾ ਮੇਲ ਪਿੰਡ ਦੀ ਪੰਚਾਇਤ ਨਾਲ ਹੋਣਾ ਸੀ, ਮਤਲਬ ਨਾਮ ਨਾਲ, ਕਰਤਾ ਨਾਮ ਨਾਲ ਹੋਣਾ ਸੀ। ਬਟ ਇੱਥੇ ਸੰਬੰਧਕ ਲੱਗਿਆ ਹੋਇਆ, ਇਸ ਕਰਕੇ ਪ੍ਰਧਾਨ ਕਰਮ ਨਾਲ ਹੀ ਇਹਦਾ ਜਿਹੜੀ ਕਿਰਿਆ ਇਹਦਾ ਮੇਲ ਆ ਜੀ। ਵਾਕ ਦੀ ਸਧਾਰਨ ਤਰਤੀਬ ਅਨੁਸਾਰ ਅਪ੍ਰਧਾਨ ਕਰਮ ਪ੍ਰਧਾਨ ਕਰਮ ਤੋਂ ਪਹਿਲਾਂ ਵਿਚਰਦਾ ਹੈ। ਜਿੱਥੋਂ ਤੱਕ ਪੂਰਕ ਦਾ ਸੰਬੰਧ ਹੈ, ਇਹ ਕਰਤਾ ਉਦੇਸ਼ ਦੀ ਜਾਂ ਕਰਮ ਦੀ ਵਿਆਖਿਆ ਕਰਦਾ। ਜਿਵੇਂ ਆਪਾਂ ਪਿੱਛੇ ਪੜ੍ਹ ਕੇ ਆਏ ਹਾਂ, ਮਤਲਬ ਜਿਹੜਾ ਪੂਰਕ ਹੈ ਉਹ ਕੀ ਹੁੰਦਾ, ਉਹ ਕਰਤਾ ਜਾਂ ਉਹ ਆਪਾਂ ਉਦੇਸ਼ ਵੀ ਕਹਿ ਦਿੰਦੇ ਉਹਨੂੰ, ਅਤੇ ਜਾਂ ਫਿਰ ਕਰਮ, ਕਿਹੜਾ ਕਰਮ ਹੋ ਰਿਹਾ ਉਹਦੀ ਕੀ ਆ ਵਿਆਖਿਆ ਕਰਦਾ। ਜਿਵੇਂ ਵਾਕ ਨੰਬਰ 3 ਵਿੱਚ ਆਪਾਂ ਦੇਖਿਆ, ਮਿਸ ਪੰਜਾਬ ਉਦੇਸ਼ ਪੂਰਕ ਹੈ ਕਿਉਂਕਿ ਇਸ ਦਾ ਸੰਬੰਧ ਵਾਕ ਦੇ ਉਪਦੇਸ਼ ਜਪਜੀ ਖੈਰਾ ਉਦੇਸ਼ ਆ, ਇਹਦੇ ਨਾਲ ਸੰਬੰਧ ਹੈ। ਦੂਸਰੇ ਵਿੱਚ ਵੀ ਤੁਹਾਨੂੰ ਦੱਸਿਆ ਵੀ ਸਰਪੰਚ ਕਰਮ ਦਾ ਪੂਰਕ ਹੈ। ਸਾਨੂੰ ਪਤਾ ਨਹੀਂ ਲੱਗੇ ਵੀ ਮਲਕੀਤ ਸਿੰਘ ਨੂੰ ਕੀ ਬਣਾਇਆ, ਤਾਂ ਸਰਪੰਚ ਕਰਮ ਕੀਤਾ, ਤਾਂ ਸਰਪੰਚ ਕੀ ਹੈ ਜੀ ਇੱਥੇ ਪੂਰਕ ਦਾ ਕੰਮ ਕਰ ਰਿਹਾ। ਇਸ ਤੋਂ ਬਾਅਦ ਵਾਕ ਦਾ ਵਰਗੀਕਰਨ ਕੀਤਾ ਗਿਆ। ਵਾਕ ਦਾ ਵਰਗੀਕਰਨ ਕੀਤਾ ਗਿਆ। ਵਾਕ ਵਰਗੀਕਰਨ ਦੇ ਦੋ ਮੁੱਖ ਆਧਾਰ ਹਨ, ਬਣਤਰ ਅਤੇ ਕਾਰਜ। ਬਣਤਰ ਦੇ ਪੱਖ ਤੋਂ ਵਾਕ ਵਰਗੀਕਰਨ ਇਹਨਾਂ ਦੀ ਅੰਦਰੂਨੀ ਬਣਤਰ ਦੇ ਆਧਾਰ ਉੱਤੇ ਕੀਤਾ ਜਾਂਦਾ ਹੈ। ਵਾਕ ਦੀ ਬਣਤਰ ਦੇ ਪੱਖ ਤੋਂ ਕੀ ਹੈ, ਇਹਦੀ ਜਿਹੜੀ ਅੰਦਰੂਨੀ ਸਟਰਕਚਰ ਹੈ ਇਹਦਾ, ਉਸ ਦੇ ਆਧਾਰ 'ਤੇ। ਅੰਦਰੂਨੀ ਬਣਤਰ ਵਿੱਚ ਕਿਰਿਆ ਕੇਂਦਰੀ ਤੱਤ ਹੈ। ਵਾਕ ਬਣਤਰ ਦੇ ਅੰਤਰਗਤ ਵਾਕ ਵਿੱਚ ਵਿਚਰਨ ਵਾਲੇ ਤੱਤ ਅੰਗਾਂ ਦੀ ਆਪਸ ਵਿੱਚ ਜੁੜਨ ਪ੍ਰਕਿਰਿਆ ਅਤੇ ਵਿਚਰਨ ਸਥਾਨ ਨੂੰ ਮਹੱਤਤਾ ਦਿੱਤੀ ਜਾਂਦੀ ਹੈ। ਮਤਲਬ ਕੀ ਹੈ, ਜਿਹੜਾ ਬਣਤਰ ਦੇ ਆਧਾਰ 'ਤੇ ਇਹਦੇ ਦੋ ਕੀ ਨੇ ਮੁੱਖ ਵਰਗ ਨੇ। ਇੱਕ ਤਾਂ ਹੁੰਦਾ ਇੱਕ ਕਿਰਿਆਵੀ ਵਾਕ ਹੁੰਦਾ, ਇੱਕ ਹੁੰਦਾ ਬਹੁ ਕਿਰਿਆਵੀ ਵਾਕ। ਹੁਣ ਆਪਾਂ ਪੜ੍ਹਦੇ ਹਾਂ, ਸਭ ਤੋਂ ਪਹਿਲਾਂ ਇੱਕ ਕਿਰਿਆਵੀ ਵਾਕ ਕਿਹੜਾ ਹੁੰਦਾ। ਵਾਕ ਦਾ ਵਰਗੀਕਰਨ ਮੁੱਖ ਤੌਰ 'ਤੇ ਦੋ ਆਧਾਰ 'ਤੇ ਕੀਤਾ ਗਿਆ, ਬਣਤਰ ਅਤੇ ਕਾਰਜ ਦੇ ਆਧਾਰ 'ਤੇ। ਜਿਹੜਾ ਹੁਣ ਆਪਾਂ ਪੜ੍ਹਾਂਗੇ ਇਹ ਬਣਤਰ ਦੋ ਪ੍ਰਕਾਰ ਦੀ ਹੁੰਦੀ ਹੈ ਇਹਨਾਂ ਦੀ, ਜਿਵੇਂ ਇੱਕ ਕਿਰਿਆਵੀ ਵਾਕ ਵੀ ਹੁੰਦੇ ਅਤੇ ਬਹੁ ਕਿਰਿਆਵੀ ਵਾਕ ਵੀ ਹੁੰਦੇ ਆ। ਇੱਕ ਕਿਰਿਆਵੀ ਵਾਕ ਜਿਹੜਾ ਹੈਗਾ ਇੱਕ ਕਿਰਿਆਵੀ ਵਾਕ ਇਕਾਰੀ ਬਣਤਰ ਵਾਲਾ ਹੁੰਦਾ ਹੈ। ਭਾਵ ਕੀ ਹੈ, ਆਪਾਂ ਇਹਨੂੰ ਸਧਾਰਨ ਵਾਕ ਵੀ ਕਹਿ ਸਕਦੇ ਹਾਂ। ਕੀ ਕਹਿ ਸਕਦੇ ਹਾਂ ਆਪਾਂ ਇਹਨੂੰ, ਸਧਾਰਨ ਵਾਕ ਵੀ ਕਹਿ ਸਕਦੇ ਹਾਂ ਜੀ, ਸਧਾਰਨ ਵਾਕ ਵੀ ਕਹਿ ਸਕਦੇ ਹਾਂ, ਅਤੇ ਇਹਨੂੰ ਆਪਾਂ ਇੱਕ ਕਿਰਿਆਵੀ ਵਾਕ ਵੀ ਕਹਿ ਸਕਦੇ ਹਾਂ। ਉਸ ਤੋਂ ਬਾਅਦ ਇਸ ਵਿੱਚ ਕੇਵਲ ਇੱਕ ਉਦੇਸ਼ ਅਤੇ ਇੱਕ ਵਿਧੇਯ ਹੁੰਦਾ ਹੈ। ਇਸ ਵਿੱਚ ਕੀ ਹੁੰਦਾ, ਇੱਕ ਉਦੇਸ਼ ਹੁੰਦਾ ਅਤੇ ਇੱਕ ਵਿਧੇਯ ਹੁੰਦਾ। ਵਾਕ ਬਣਤਰ ਆਧੁਨਿਕ ਭਾਸ਼ਾ ਵਿਗਿਆਨ ਵਿੱਚ ਉਦੇਸ਼ ਅਤੇ ਵਿਧੇਯ ਦੀ ਬਜਾਏ, ਜਿਹੜੀ ਹੁਣ ਮੋਡਰਨ ਆਪਾਂ ਲੈਂਗੁਏਜ ਦੇ ਵਿੱਚ ਉਦੇਸ਼ ਅਤੇ ਵਿਧੇਯ ਨੂੰ ਕੀ ਕਹਿੰਦੇ ਆ, ਉਦੇਸ਼ ਨੂੰ ਆਪਾਂ ਨਾਂਵ ਵਾਕੰਸ਼ ਕਹਿ ਦਿੰਦੇ ਹਾਂ ਅਤੇ ਵਿਧੇਯ ਨੂੰ ਆਪਾਂ ਕਿਰਿਆ ਵਾਕੰਸ਼ ਕਹਿ ਦਿੰਦੇ ਹਾਂ। ਜਿਹੜਾ ਇੱਕ ਕਿਰਿਆਵੀ ਵਾਕ ਹੁੰਦਾ ਇਹਨੂੰ ਆਪਾਂ ਸਧਾਰਨ ਵਾਕ ਵੀ ਕਹਿੰਦੇ ਹਾਂ। ਨੰਬਰ ਦੂਜਾ, ਇਹਦੇ ਵਿੱਚ ਇੱਕ ਉਦੇਸ਼ ਹੁੰਦਾ ਅਤੇ ਇੱਕ ਹੀ ਵਿਧੇਯ ਹੁੰਦਾ। ਆਧੁਨਿਕ ਭਾਸ਼ਾ ਦੇ ਵਿੱਚ ਉਦੇਸ਼ ਅਤੇ ਵਿਧੇਯ ਨੂੰ ਆਪਾਂ ਕੀ ਕਹਿੰਦੇ ਹਾਂ, ਉਦੇਸ਼ ਨੂੰ ਆਪਾਂ ਨਾਂਵ ਵਾਕੰਸ਼ ਕਹਿੰਦੇ ਹਾਂ ਅਤੇ ਵਿਧੇਯ ਨੂੰ ਕਿਰਿਆ ਵਾਕੰਸ਼ ਕਹਿ ਦਿੰਦੇ ਹਾਂ। ਇੱਕ ਕਿਰਿਆਵੀ ਵਾਕ ਵਿੱਚ ਨਾਂਵ ਵਾਕੰਸ਼ ਤਾਂ ਇੱਕ ਤੋਂ ਵੱਧ ਹੋ ਸਕਦੇ ਹਨ, ਪਰ ਕਿਰਿਆ ਵਾਕੰਸ਼ ਇੱਕ ਹੀ ਹੁੰਦਾ ਹੈ। ਜਿਵੇਂ ਕਿ ਆਪਾਂ ਨੂੰ ਨਾਮ ਤੋਂ ਹੀ ਸਮਝ ਲੱਗ ਰਹੀ ਆ, ਸਾਨੂੰ ਨਾਮ ਤੋਂ ਜਿਵੇਂ ਇੱਕ ਕਿਰਿਆਵੀ ਜਿਹਦੇ ਵਿੱਚ ਇੱਕ ਕਿਰਿਆ ਹੋਵੇ, ਜਿਹਦੇ ਵਿੱਚ ਇੱਕ ਕਿਰਿਆ ਹੋਵੇ, ਉਹ ਕਿਹੜਾ ਹੁੰਦਾ, ਉਹ ਹੁੰਦਾ ਜੀ ਸਧਾਰਨ ਵਾਕ। ਇਹਦੇ ਵਿੱਚ ਜਿਹੜੇ ਨਾਂਵ ਵਾਕੰਸ਼ ਨੇ ਉਹ ਤਾਂ ਇੱਕ ਤੋਂ ਵੱਧ ਵੀ ਹੋ ਸਕਦੇ ਆ, ਬਟ ਕਿਰਿਆ ਵਾਕੰਸ਼ ਇੱਕ ਹੀ ਹੁੰਦਾ। ਇਹ ਕਿਰਿਆ ਵਾਕੰਸ਼ ਵਾਕ ਦਾ ਜ਼ਰੂਰੀ ਤੱਤ ਹੁੰਦਾ। ਇੱਕ ਕਿਰਿਆਵੀ ਵਾਕ ਨੂੰ ਸਧਾਰਨ ਵਾਕ ਵੀ ਕਹਿੰਦੇ ਆ। ਪੰਜਾਬੀ ਭਾਸ਼ਾ ਦੇ ਆਪਾਂ ਨੈਕਸਟ ਦੇਖਾਂਗੇ ਇਹਦੀ ਐਗਜ਼ਾਮਪਲਸ ਕਿਹੜੀਆਂ ਕਿਹੜੀਆਂ ਨੇ।
ਉਹ ਪਿੱਛੇ ਆਪਾਂ ਪੜ੍ਹ ਕੇ ਆਏ ਜੀ ਇੱਕ ਕਿਰਿਆਵੀ ਵਾਕ। ਇਸ ਤੋਂ ਨੈਕਸਟ ਹੈਗਾ ਬਹੁ ਕਿਰਿਆਵੀ। ਜਿੱਦਾਂ ਤੁਹਾਨੂੰ ਨਾਮ ਤੋਂ ਹੀ ਸਮਝ ਲੱਗ ਰਿਹਾ ਹੋਊਗਾ, ਬਹੁ ਕਿਰਿਆਵੀ ਮਤਲਬ ਇਹਦੇ ਵਿੱਚ ਇੱਕ ਤੋਂ ਵੱਧ ਕਿਰਿਆਵਾਂ ਹੋ ਸਕਦੀਆਂ। ਜਿਸ ਵਾਕ ਵਿੱਚ ਇੱਕ ਤੋਂ ਵੱਧ ਕਿਰਿਆਵਾਂ ਹੋਣ ਉਸਨੂੰ ਬਹੁ ਕਿਰਿਆਵੀ ਕਿਹਾ ਜਾਂਦਾ ਵਾਕ। ਡਾਕਟਰ ਸਮਿਰਨੋਵ ਨੇ ਇਹਨੂੰ ਕੀ ਕਿਹਾ? ਜੜੁੱਤ ਵਾਕ ਵੀ ਕਿਹਾ। ਕੀ ਕਿਹਾ ਜੀ? ਜੜੁੱਤ ਵਾਕ ਵੀ ਕਿਹਾ। ਇਹ ਤੁਸੀਂ ਨੋਟ ਕਰ ਲਿਓ। ਉਹਨਾਂ ਅਨੁਸਾਰ ਜੜੁੱਤ ਵਾਕ ਦੋ ਜਾਂ ਦੋ ਤੋਂ ਵੱਧ ਉਪਵਾਕਾਂ ਦੇ ਸੁਮੇਲ ਤੋਂ ਬਣੀ ਵਾਕ ਸੰਰਚਨਾ ਹੈ। ਉਹ ਕੀ ਕਹਿੰਦੇ ਆ, ਜਿਹੜੇ ਜੜੁੱਤ ਵਾਕ ਉਹ ਕਹਿੰਦੇ ਆ ਵੀ ਉਪਵਾਕਾਂ ਦੇ ਸੁਮੇਲ ਤੋਂ ਬਣੀਆਂ ਦੋ ਜਾਂ ਦੋ ਤੋਂ ਵੱਧ ਉਪਵਾਕ ਹੋਣ। ਬਹੁ ਕਿਰਿਆਵੀ ਜਿਹੜੇ ਵਾਕ ਹੁੰਦੇ ਆ ਇਹਨਾਂ ਦੀ ਅੱਗੋਂ ਉਹਨਾਂ ਨੇ ਵੰਡ ਕੀਤੀ। ਇਹਦੇ ਵਰਗ ਨੇ, ਦੋ ਵਰਗ ਹੁੰਦੇ ਨੇ, ਇੱਕ ਹੁੰਦਾ ਸੰਯੁਕਤ, ਇੱਕ ਹੁੰਦਾ ਮਿਸ਼ਰਤ। ਦੇਖੋ, ਜਿਨ੍ਹਾਂ ਵਾਕਾਂ ਦੀ ਬਣਤਰ ਵਿੱਚ ਦੋ ਜਾਂ ਦੋ ਤੋਂ ਵੱਧ ਸਵਾਧੀਨ ਉਪਵਾਕ ਵਿਚਰਦੇ ਹੋਣ ਉਹਨਾਂ ਨੂੰ ਸੰਯੁਕਤ। ਜਿਨ੍ਹਾਂ ਵਾਕਾਂ ਦੀ ਬਣਤਰ ਵਿੱਚ ਦੋ ਹੋਣ ਜਾਂ ਦੋ ਤੋਂ ਵੱਧ ਸਵਾਧੀਨ ਉਪਵਾਕ ਹੋਣ। ਸਵਾਧੀਨ ਉਪਵਾਕ ਆਪਣੇ ਆਪ 'ਚ ਸੁਤੰਤਰ ਹੁੰਦਾ ਜੀ, ਵਿਆਕਰਨਿਕ ਤੌਰ 'ਤੇ ਸੁਤੰਤਰ ਹੁੰਦਾ। ਜਿਨ੍ਹਾਂ ਵਾਕਾਂ ਦੀ ਬਣਤਰ ਵਿੱਚ ਦੋ ਜਾਂ ਦੋ ਤੋਂ ਵੱਧ ਸਵਾਧੀਨ ਉਪਵਾਕ ਵਿਚਰਦੇ ਹੋਣ ਉਹਨਾਂ ਨੂੰ ਤਾਂ ਆਪਾਂ ਸੰਯੁਕਤ ਵਾਕ ਕਹਿੰਦੇ ਹਾਂ। ਬਟ ਜਿਹੜੇ ਮਿਸ਼ਰਤ ਵਾਕ ਹੁੰਦੇ ਆ ਇਹਨਾਂ ਵਿੱਚ ਇੱਕ ਸਵਾਧੀਨ ਉਪਵਾਕ ਹੁੰਦਾ, ਇੱਕ ਜਾਂ ਇੱਕ ਤੋਂ ਵੱਧ ਪਰਾਧੀਨ ਉਪਵਾਕ ਹੁੰਦੇ ਆ। ਜਿਹੜੇ ਆਪਾਂ ਸੰਯੁਕਤ ਜਿਹੜੇ ਵਾਕ ਸੀ ਉਹਨਾਂ ਵਿੱਚ ਦੋ ਜਾਂ ਦੋ ਤੋਂ ਵੱਧ ਸਵਾਧੀਨ ਉਪਵਾਕ ਹੋਣਗੇ, ਅਤੇ ਜਿਹੜਾ ਮਿਸ਼ਰਤ ਵਾਕ ਹੋਣਗੇ, ਜਿਹੜੇ ਮਿਸ਼ਰਤ ਵਾਕ ਹੋਣਗੇ ਇਹਨਾਂ ਦੇ ਵਿੱਚ ਸਵਾਧੀਨ ਉਪਵਾਕ ਤਾਂ ਇੱਕ ਹੋਊ, ਬਟ ਜਿਹੜਾ ਪਰਾਧੀਨ ਉਪਵਾਕ ਹੈ ਇਹ ਇੱਕ ਜਾਂ ਇੱਕ ਤੋਂ ਵੱਧ ਹੋਊ। ਪਰਾਧੀਨ ਉਪਵਾਕ ਇਹ ਸਵਾਧੀਨ ਉਪਵਾਕ ਦੇ ਅਧੀਨ ਹੁੰਦਾ। ਇਹ ਵਿਆਕਰਨਿਕ ਤੌਰ 'ਤੇ ਸੁਤੰਤਰ ਨਹੀਂ ਵਿਚਰ ਸਕਦੇ, ਕਿਸੇ ਨਾਲ ਲੱਗ ਕੇ ਹੀ ਇਹ ਆਪਣੇ ਅਰਥ ਪ੍ਰਗਟ ਕਰਦਾ ਜਿਹੜਾ ਪਰਾਧੀਨ ਉਪਵਾਕ ਹੁੰਦਾ। ਇਸ ਤੋਂ ਬਾਅਦ ਦੇਖੋ, ਤਿੰਨ ਜਾਂ ਤਿੰਨ ਤੋਂ ਵੱਧ ਉਪਵਾਕਾਂ ਵਾਲੇ ਮਿਸ਼ਰਤ ਵਾਕਾਂ ਦੀ ਬਣਤਰ ਵਿੱਚ ਸਵਾਧੀਨ ਉਪਵਾਕਾਂ ਦੀ ਗਿਣਤੀ ਇੱਕ ਤੋਂ ਵੱਧ ਵੀ ਹੋ ਸਕਦੀ ਹੈ। ਮਤਲਬ ਇੱਕ ਸਵਾਧੀਨ ਉਪਵਾਕ ਦੀ ਥਾਂ 'ਤੇ ਦੋ ਵੀ ਹੋ ਸਕਦੇ ਕਈ ਵਾਰੀ ਮਿਸ਼ਰਤ ਵਾਕਾਂ ਦੇ ਵਿੱਚ। ਇਸ ਪ੍ਰਕਾਰ ਬਣਤਰ ਦੇ ਪੱਧਰ 'ਤੇ ਪੰਜਾਬੀ ਭਾਸ਼ਾ ਦੇ ਵਾਕਾਂ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ। ਇਹ ਤੁਸੀਂ ਨੋਟ ਕਰ ਲਿਓ। ਪੰਜਾਬੀ ਦੇ ਵਿੱਚ ਇੱਕ ਤਾਂ ਬਣਤਰ ਦੇ ਪੱਧਰ 'ਤੇ, ਇੱਕ ਬਣਤਰ ਦੇ ਪੱਧਰ 'ਤੇ, ਐਂਡ ਦੂਸਰਾ ਜਿਹੜਾ ਹੈਗਾ ਉਹ ਕਾਰਜ ਦੇ ਪੱਧਰ 'ਤੇ ਵਾਕ ਦਾ ਕੀ ਆ, ਇਹ ਵੰਡ ਕੀਤੀ ਗਈ, ਇਹਦਾ ਵਰਗੀਕਰਨ ਕੀਤਾ ਗਿਆ। ਇਸ ਪ੍ਰਕਾਰ ਵਾਕ ਬਣਤਰ ਦੇ ਪੱਧਰ 'ਤੇ ਇਹਨਾਂ ਨੂੰ ਤਿੰਨ ਭਾਗ ਦੇ ਵਿੱਚ ਵੰਡਿਆ ਜਾਂਦਾ ਹੈਗਾ। ਵਾਕਾਂ ਨੂੰ ਬਣਤਰ ਦੇ ਪੱਧਰ 'ਤੇ ਤਿੰਨ ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਸਧਾਰਨ ਜਾਂ ਇੱਕ ਕਿਰਿਆਵੀ ਵਾਕ ਜਿਹੜਾ ਆਪਾਂ ਪੜ੍ਹ ਕੇ ਆਏ, ਉਸ ਤੋਂ ਬਾਅਦ ਸੰਯੁਕਤ ਵਾਕ, ਉਸ ਤੋਂ ਬਾਅਦ ਮਿਸ਼ਰਤ ਵਾਕ। ਇਹ ਕੀ ਬਣ ਗਿਆ? ਇਹ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਲਿਖ ਸਕਦੇ ਹਾਂ। ਬਣਤਰ ਦੇ ਆਧਾਰ 'ਤੇ ਕਿਹੜੇ ਕਿਹੜੇ ਆ? ਸਧਾਰਨ, ਸੰਯੁਕਤ, ਤੀਸਰਾ ਕਿਹੜਾ? ਮਿਸ਼ਰਤ ਵਾਕ। ਇਹ ਤਿੰਨ ਜਿਹੜੇ ਨੇ ਇਹ ਬਣਤਰ ਦੇ ਆਧਾਰ 'ਤੇ ਇਹਨਾਂ ਦਾ ਵਰਗੀਕਰਨ ਕੀਤਾ ਗਿਆ, ਤਿੰਨ ਭਾਗ ਬਣਦੇ ਆ। ਉਸ ਤੋਂ ਬਾਅਦ ਸਭ ਤੋਂ ਪਹਿਲਾਂ ਹੁਣ ਇਹਨਾਂ ਦੇ ਵਿੱਚੋਂ ਆਪਾਂ ਸਧਾਰਨ ਜਾਂ ਇੱਕ ਕਿਰਿਆਵੀ ਵਾਕ ਬਾਰੇ ਡਿਸਕਸ ਕਰਾਂਗੇ। ਇਸ ਦੇ ਨਾਲ ਰਿਲੇਟਡ ਆਪਾਂ ਇੱਕ ਜਾਂ ਦੋ ਵੀਡੀਓਜ਼ ਦੇ ਵਿੱਚ ਇਹ ਕੰਪਲੀਟ ਹੋਊਗਾ, ਜਿਹੜਾ ਸਧਾਰਨ ਜਾਂ ਇੱਕ ਕਿਰਿਆਵੀ ਵਾਕ ਹੁੰਦਾ। ਹੁਣ ਇਹਨਾਂ ਦੇ ਵਿੱਚ ਇਹਦੇ ਪੈਟਰਨ ਦਿੱਤੇ ਗਏ ਨੇ, ਉਹ ਆਪਾਂ ਦੇਖ ਲੈਂਦੇ ਹਾਂ। ਕਹਿੰਦੇ ਪੰਜਾਬੀ ਵਾਕ ਬਣਤਰ ਦੇ ਪੈਟਰਨ ਉਜਾਗਰ ਕਰਨ ਤੋਂ ਪਹਿਲਾਂ ਪੈਟਰਨ ਸ਼ਬਦ ਦੀ ਪਰਿਭਾਸ਼ਾ ਮਤਲਬ ਕਿ ਪੈਟਰਨ ਕੀ ਹੁੰਦਾ। ਅੰਗਰੇਜ਼ੀ ਭਾਸ਼ਾ ਦਾ ਇਹ ਸ਼ਬਦ ਹੈ, ਪਰ ਪੰਜਾਬੀ ਵਿੱਚ ਇਹ ਇਕੱਠਵਾਚਕ। ਇੰਗਲਿਸ਼ ਦੇ ਵਿੱਚ ਤਾਂ ਇਹ ਕੀ ਆ? ਸਿੰਗੂਲਰ ਆ, ਬਟ ਇਹਦੇ ਵਿੱਚ ਕੀ ਆ? ਪਲੂਰਲ ਆ, ਇਕੱਠਵਾਚੀ ਆ। ਪੈਟਰਨ ਤੋਂ ਭਾਵ ਕੀ ਹੁੰਦਾ ਹੈ? ਆਪਾਂ ਵੀ ਜੋ ਕਿਸੇ ਵੀ ਪ੍ਰਬੰਧ ਵਿੱਚ ਕੰਟੀਨਿਊ ਇੱਦਾਂ ਕਰਕੇ ਹੈ ਨਾ, ਕੰਟੀਨਿਊ, ਇਹ ਸਾਰੇ ਆਪਸ ਦੇ ਵਿੱਚ ਜੁੜੇ ਹੋਏ ਨੇ। ਇਹ ਇੱਕ ਪੈਟਰਨ ਬਣ ਗਿਆ ਵੀ ਕਿਸੇ ਪ੍ਰਬੰਧ ਦੇ ਵਿੱਚ ਕਾਰਜਸ਼ੀਲ ਅੰਗ ਨੇ ਜਿਹੜੇ ਉਹਨਾਂ ਨੂੰ ਇਕਾਗਰ ਕਰ ਰਿਹਾ,
ਸਾਰਿਆਂ ਨੂੰ ਜੋੜ ਰਿਹਾ ਹੈ, ਪੈਟਰਨ ਬਣ ਗਿਆ ਇੱਕ। ਜਿਵੇਂ ਪੜ੍ਹ ਲੈਂਦੇ ਆਪਾਂ, ਭਾਵ ਕਿਸੇ ਪ੍ਰਬੰਧ ਦੀ ਉਸ ਕਿਰਿਆਸ਼ੀਲ ਏਕਤਾ ਤੋਂ ਹੈ ਜੋ ਕਿ ਸਮੁੱਚ ਵਿੱਚ ਸੰਗਠਿਤ ਹੋਏ ਅੰਗਾਂ ਨੂੰ ਇੱਕ ਇਕਾਗਰਕਾਰੀ ਸੂਤਰ ਵਿੱਚ ਪਰੋ ਰਹੀ ਨੇ। ਭਾਵ ਕਿ ਇੱਕ ਸੂਤਰ ਵਿੱਚ ਪਰੋ ਰਹੀ ਹੈ, ਜਿੱਦਾਂ ਇੱਦਾਂ ਕਿਸੇ ਸੂਤਰ ਵਿੱਚ ਕਿਸੇ ਪੈਟਰਨ ਬਣ ਰਿਹਾ। ਕਿਸੇ ਵੀ ਪ੍ਰਬੰਧ ਦੇ ਇਕਾਗਰਕਾਰੀ ਸਿਧਾਂਤ ਦੇ ਅਰਥ ਵਿੱਚ ਸਾਹਮਣੇ ਆ ਜਾਂਦਾ ਹੈ। ਪੈਟਰਨ ਦੀ ਹੋਂਦ ਲਈ ਇੱਕ ਤੋਂ ਵਧੇਰੇ ਅੰਗਾਂ ਤੱਤਾਂ ਦਾ ਹੋਣਾ ਜ਼ਰੂਰੀ ਹੈ। ਪੈਟਰਨ ਕੋਈ ਇੱਕ ਚੀਜ਼ ਨਹੀਂ ਬਣਦੀ, ਇਹਦੇ ਵਿੱਚ ਵੀ ਤੱਤ ਜੁੜਦੇ ਆ, ਤਾਂ ਜਾ ਕੇ ਕੀ ਆ ਕੋਈ ਪੈਟਰਨ ਬਣਦਾ। ਹੁਣ ਦੇਖੋ, ਇਹਦੇ ਲਈ ਉੱਗੜ ਦੁੱਗੜ ਸਥਿਤੀ ਵਿੱਚ ਪਏ ਹੋਏ ਅੰਗ ਵੀ ਜਿਹੜੇ ਪੈਟਰਨ ਨਹੀਂ ਹੁੰਦੇ। ਆਪਾਂ ਇਹ ਨਹੀਂ ਕਹਿ ਸਕਦੇ ਕੋਈ ਇੱਦਾਂ, ਹੈ ਨਾ, ਇਹ ਕੋਈ ਵੀ ਪੈਟਰਨ ਨਹੀਂ ਹੈਗਾ। ਪੈਟਰਨ ਕੀ ਇੱਕ ਕਾਰਜਸ਼ੀਲ ਜਿਹੜਾ ਚੱਲ ਰਿਹਾ ਪ੍ਰਸੰਗ ਆ, ਉਹਨਾਂ ਨੂੰ ਕੀ ਹੈ ਇਕੱਠਾ ਕਰਦਾ ਹੈ, ਇਕੱਠਾ ਕਰਕੇ ਕੋਈ ਚੀਜ਼ ਸਾਨੂੰ ਸਮਝ ਆਉਂਦੀ ਹੈ। ਬਹੁਵਿਧ ਅੰਗ ਤੱਤ ਜਦੋਂ ਨਿਸ਼ਚਿਤ ਕੜੀਦਾਰ ਸੰਬੰਧਾਂ ਵਿੱਚ ਜੁੜ ਜਾਂਦੇ ਨੇ, ਜਿਹੜੇ ਅੰਗ ਹੁੰਦੇ ਆ ਕਿਸੇ ਕੜੀਦਾਰ ਸੰਬੰਧਾਂ ਵਿੱਚ ਜੁੜ ਜਾਂਦੇ, ਵੈਸੇ ਹੀ ਨਹੀਂ ਪਏ ਹੁੰਦੇ, ਉਹਨਾਂ ਨੂੰ ਆਪਾਂ ਪੈਟਰਨ ਕਹਿ ਦਿੰਦੇ, ਜਿਹੜੇ ਆਪਸ ਦੇ ਵਿੱਚ ਜੁੜੇ ਹੁੰਦੇ ਆ ਕਿਸੇ ਕੜੀਦਾਰ ਸੰਬੰਧ ਦੇ ਵਿੱਚ। ਹੁਣ ਦੇਖੋ, ਜਿਹੜਾ ਵਾਕ ਹੁੰਦਾ ਹੈ ਉਹ ਵਾਕੰਸ਼ਾਂ ਦਾ ਰਚਨਾਤਮਕ ਪ੍ਰਬੰਧ ਹੁੰਦਾ ਹੈ। ਵਾਕੰਸ਼ ਫਰੇਜ਼ਸ ਹੁੰਦੀਆਂ ਜਿਹੜੀਆਂ ਆਪਣੀਆਂ, ਉਹ ਵਾਕ ਵਿੱਚ ਇੱਕ ਤੋਂ ਵਧੇਰੇ ਵਾਕੰਸ਼ ਇੱਕ ਸੰਗਠਿਤ ਸਮੁੱਚ ਵਿੱਚ ਵੱਜੇ ਹੁੰਦੇ ਆ। ਪੰਜਾਬੀ ਦਾ ਇੱਕ ਸਰਲ ਸਧਾਰਨ ਵਾਕ ਨਾਂਵ ਵਾਕੰਸ਼ ਅਤੇ ਕਿਰਿਆ ਵਾਕੰਸ਼ ਦੇ ਮਤਲਬ ਪੰਜਾਬੀ ਦਾ ਕੋਈ ਵੀ ਸਧਾਰਨ ਵਾਕ ਆ ਜਿਹੜਾ, ਪੰਜਾਬੀ ਵਿੱਚ ਕੋਈ ਵੀ ਸਧਾਰਨ ਵਾਕ ਹੈ ਜਿਹੜਾ, ਉਹ ਕਿਹਨਾਂ ਦੇ ਮੇਲ ਤੋਂ ਬਣਦਾ, ਨਾਂਵ ਵਾਕੰਸ਼ ਅਤੇ ਕਿਰਿਆ ਵਾਕੰਸ਼ ਦੇ ਰਚਨਾਤਮਕ ਪ੍ਰਬੰਧ ਹੁੰਦਾ ਹੈ। ਪਰ ਇੱਕ ਸਧਾਰਨ ਵਾਕ ਵਿੱਚ ਨਾਂਵ ਵਾਕੰਸ਼ ਅਤੇ ਕਿਰਿਆ ਵਾਕੰਸ਼ ਤੋਂ ਬਿਨਾਂ ਕੁਝ ਹੋਰ ਵਾਕੰਸ਼ ਵੀ ਕਾਰਜਸ਼ੀਲ ਹੁੰਦੇ ਆ। ਆਪਾਂ ਇਹ ਨਹੀਂ ਕਹਿ ਸਕਦੇ ਇੱਕ ਵਾਕ ਵਿੱਚ ਇਕੱਲਾ ਨਾਮ ਜਾਂ ਕਿਰਿਆ ਹੀ ਭੂਮਿਕਾ ਨਿਭਾਉਂਦੇ ਆ, ਬਟ ਉਹਦੇ ਵਿੱਚ ਹੋਰ ਵਾਕੰਸ਼ ਵੀ ਕਾਰਜਸ਼ੀਲ ਹੁੰਦੇ ਆ। ਕਾਲਕੀ ਕਿਰਿਆ ਵਾਕੰਸ਼, ਪੰਜਾਬੀ ਕਾਲਕੀ ਦਾ ਮਤਲਬ ਕੀ ਹੈ, ਜਿਹੜਾ ਸਾਨੂੰ ਕਾਲ ਦੱਸ, ਜਿਵੇਂ ਸੀ, ਹੈ, ਹੋਵੇਗਾ, ਲਾਸਟ 'ਤੇ ਆਉਂਦੇ ਆ ਇਹ ਕਾਲਕੀ ਕਿਰਿਆ, ਸਾਨੂੰ ਕਿਸੇ ਕਾਲ ਬਾਰੇ ਇਹ ਦੱਸ ਰਹੇ ਆ। ਹੁਣ ਦੇਖੋ, ਹੁਣ ਆਪਾਂ ਸਧਾਰਨ ਜਿਹੜੇ ਵਾਕ ਨੇ ਉਹਨਾਂ ਦੇ ਬੁਨਿਆਦੀ ਜਿਹੜਾ ਪੈਟਰਨ ਕਿਹੜਾ ਕਿਹੜਾ ਹੋ ਸਕਦਾ, ਸਧਾਰਨ ਵਾਕ ਕਿਹੜੇ ਕਿਹੜੇ ਵਾਕੰਸ਼, ਕਿਹੜੇ ਕਿਹੜੇ ਤੱਤ ਨੇ ਜਿਹੜੇ ਸਧਾਰਨ ਵਾਕ ਦੇ ਵਿੱਚ ਵਰਤੇ ਜਾਂਦੇ ਆ। ਹੁਣ ਦੇਖੋ, ਇਸ ਦੇ ਵਿੱਚ ਆਪਾਂ ਪੜ੍ਹਦੇ ਹਾਂ, ਇਹਦੇ ਵਿੱਚ ਦੱਸ ਦਿੱਤੇ ਗਏ ਨੇ ਸਾਨੂੰ। ਸਭ ਤੋਂ ਪਹਿਲਾਂ ਕੀ ਹੈ, ਅੱਜ ਤਾਂ ਆਪਾਂ ਸਿਰਫ ਇਹ ਪੈਟਰਨ ਹੀ ਪੜ੍ਹਾਂਗੇ ਕਿ ਨੈਕਸਟ ਆਪਾਂ ਇਹਨਾਂ ਦੇ ਐਗਜ਼ਾਮਪਲ ਦੇ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ, ਸਾਨੂੰ ਬਹੁਤ ਸੌਖੇ ਢੰਗ ਨਾਲ ਸਮਝ ਆ ਜਾਊ। ਸਭ ਤੋਂ ਪਹਿਲਾਂ ਕਰਤਾ ਨਾਂਵ ਵਾਕੰਸ਼ ਪਲੱਸ ਕਿਰਿਆ ਨਾਂਵ ਵਾਕੰਸ਼, ਜਿਹੜਾ ਆਪਾਂ ਮੋਸਟਲੀ ਵਰਤਦੇ ਹੀ ਹਾਂ ਤਾਂ। ਇਸ ਤੋਂ ਬਾਅਦ ਕਰਤਾ ਨਾਂਵ ਵਾਕੰਸ਼ ਪਲੱਸ ਨਾਂਵ ਵਾਕੰਸ਼ ਕਿਰਿਆ ਵਾਕੰਸ਼, ਕਰਤਾ ਨਾਂਵ ਵਾਕੰਸ਼ ਆ, ਫਿਰ ਕਰਮ ਨਾਂਵ ਵਾਕੰਸ਼ ਆ, ਫਿਰ ਕਿਰਿਆ ਨਾਂਵ ਵਾਕੰਸ਼। ਕਰਤਾ ਨਾਂਵ ਵਾਕੰਸ਼ ਅਪ੍ਰਧਾਨ ਕਰਮ, ਇਹ ਮਤਲਬ ਸਾਰੇ ਤੁਸੀਂ ਆਪਣੇ ਆਪ ਪੜ੍ਹ ਲਿਓ, ਤੁਹਾਨੂੰ ਸੌਖਾ ਹੋ ਜਾਏਗਾ। ਫਿਲਹਾਲ ਤਾਂ ਇਹ ਆਪਾਂ ਅੱਜ ਇੰਨੀ ਕੁ ਵੀਡੀਓਜ਼ ਦਾ ਇੱਥੇ ਐਂਡ ਕਰਦੇ ਹਾਂ, ਬਟ ਨੈਕਸਟ ਵੀਡੀਓ ਦੇ ਵਿੱਚ ਆਪਾਂ ਇਸ ਨੂੰ ਡਿਟੇਲ ਦੇ ਵਿੱਚ ਪੜ੍ਹਾਂਗੇ ਵੀ ਕਿਵੇਂ ਕਰਤਾ ਨਾਂਵ ਵਾਕੰਸ਼ ਦੇ ਨਾਲ ਕੀ ਕੁਛ ਲੱਗਾ ਹੋਊਗਾ ਅਤੇ ਤਾਂ ਉਹ ਸਧਾਰਨ ਵਾਕ ਬਣਦਾ, ਸਾਨੂੰ ਕਿਵੇਂ ਪਤਾ ਲੱਗੂਗਾ। ਸੋ ਇਹ ਅਸੀਂ ਆਪਣੀ ਅੱਜ ਦੀ ਵੀਡੀਓ, ਆਈ ਹੋਪ ਤੁਹਾਨੂੰ ਪਸੰਦ ਆਈ ਹੋਵੇਗੀ। ਇਹ ਭਾਸ਼ਾ ਵਿਗਿਆਨ ਦੇ ਨਾਲ ਜੁੜੀਆਂ ਛੋਟੀਆਂ ਛੋਟੀਆਂ ਗੱਲਾਂ ਜੋ ਬਹੁਤ ਬੇਸਿਕ ਗੱਲਾਂ ਨੇ, ਸਾਨੂੰ ਜਿਹੜੀ ਪਤਾ ਹੋਣੀਆਂ ਚਾਹੀਦੀਆਂ ਕਿਸੇ ਵੀ ਐਗਜ਼ਾਮ ਦੇ। ਜੇ ਆਪਾਂ ਇੰਟਰਵਿਊ ਵੀ ਦੇਣ ਜਾਂਦੇ ਹਾਂ ਜਾਂ ਕੁਛ ਵੀ ਕੋਈ ਪੇਪਰ ਦੇਣ ਜਾਂਦੇ ਹਾਂ, ਤਾਂ ਇਹ ਜਿਹੜੀਆਂ ਗੱਲਾਂ ਛੋਟੀਆਂ ਛੋਟੀਆਂ ਗੱਲਾਂ ਹੀ ਸਾਨੂੰ ਜਿਹੜੀਆਂ ਨੇ ਪਤਾ ਨਹੀਂ ਹੁੰਦੀਆਂ। ਸੋ ਆਈ ਹੋਪ ਤੁਹਾਨੂੰ ਪਸੰਦ ਆਈ ਹੋਵੇਗੀ ਵੀਡੀਓ। ਧੰਨਵਾਦ ਜੀ।